गाइज मेरा नाम अमित। आज हम करेंगे विलियम हार्वेस्ट विज्ञान ਦੇ ਪਾਠ का ये पहला लेसन है। मनुष्य शरीर विच लहू वाहन दा खोजी। विलियम हार्वेस्ट ਦਾ जन्म 1 अप्रैल 1578 ईस्वी ਨੂੰ इंग्लैंड ਦੇ फोलैक्सटोन शहर विच अंग्रेज परिवार विच होया। उसने अपनी मुढ़ली डिग्री कैम्ब्रिज यूनिवर्सिटी तो 1593 ईस्वी विच हासिल की। उस समय वह सिर्फ 15 वर्षों का ही थी। फिर उसने इटली विच यूनिवर्सिटी ऑफ पादुआ तो मेडिकल डिग्री हासिल करनी शुरू की। विलियम हार्वेस्ट ने अपनी पढ़ाई डॉक्टर हाइरोनाइमस फेब्रिशियस ना दे प्रसिद्ध सर्जन के अधीन की। 1602 ईस्वी विच विलियम हार्वेस्ट अपनी पढ़ाई पूरी करन उपरंत वापस इंग्लैंड आ गया। उसने लंदन शहर विच मेडिकल संबंधित खोज करनी शुरू की थी। हार्वेस्ट की सब तो वध रुचि शरीर क्रिया विज्ञान विच सी। वह हमेशा यह खोजदा रहिंदा सी कि साडे शरीर की बनतर किस तरह दी है। पावे उस समय मनुखी शरीर क्रिया विज्ञान दे विषय बारे पढ़ाई दा काफ़ी जोर सी, परंतु शरीरक अंगा दी मुढ़ली काम काज दी विधि बारे जानकारी बहुत घट सी। गैलन ना दे विज्ञानिक दा कहना सी कि लहू दे बनन दी प्रक्रिया मेदे विच हुंदी है। आम डॉक्टरा दा विचार सी कि सिरावा विच लहू हौली हौली बेतरतीबे बहा नाल दौड़दा है। यह भी धारणा उचली सी दिल दी धड़कन दा कारण इस विचों वही रिहा लहू दी हुंदा है। हार्वेस्ट दिया खोजा ने इन्हां सारिया धारणावां नूं गलत सिद्ध कर दिता सी। विलियम हार्वेस्ट ने लगभग 30 वर्ष तक लोकां तो सवाल जवाब पूछे ते प्रयोग करके लहू संबंधित बहुत सारिया सूचनावां हासिल की। उस ने दसिया कि दिल बड़िया मजबूत मांसपेशियां तो बनिया हुआ है। उस ने इन्हां मांसपेशियां दी बनतर नूं बड़े गहू नाल देखिया। उसने सिद्ध कढ़िया कि साडा दिल एक पानी वाले पंप की तरह है। एक आम पंप जा नलके अते दिल विच फर्क सिर्फ इतना है कि दिल लहू नूं पंप करदा है। हार्वेस्ट दी खोज करन दी विधि विच एक खास गल यह सी कि वह जिहरी भी नवी गल बारे जानदा सी उस नूं अपनी डायरी विच नोट कर लेंदा सी। इस तरह वह हरेक गल नूं बड़ी गंभीरता नाल लेंदा सी। उसने सिद्ध कढ़िया कि किसी मनुख दे दिल दा कार उस मनुख दे हथ
डी ਬੰਦ ਮੁੱਠੀ ਦੇ ਆਕਾਰ ਦੇ ਬਰਾਬਰ ਹੁੰਦਾ ਹੈ। ਜਦੋਂ ਦਿਲ ਸੁਗਰਦਾ ਹੈ ਤਾਂ ਇਹ ਦੋ ਲਹੂ ਧਮਨੀਆਂ ਵਿੱਚ ਲਹੂ ਨੂੰ ਢੱਕ ਦਿੰਦਾ ਹੈ। ਇੱਕ ਵਾਰ ਸੁਗਰਨ ਉਪਰੰਤ ਦਿਲ ਫੈਲ ਜਾਂਦਾ ਹੈ ਅਤੇ ਫਿਰ ਦੁਬਾਰਾ ਸੁਗਰਦਾ ਹੈ। ਇਸ ਤਰ੍ਹਾਂ ਦਿਲ ਦੀ ਧੜਕਣ ਪੈਦਾ ਹੁੰਦੀ ਰਹਿੰਦੀ ਹੈ। ਇੱਕ ਤੰਦਰੁਸਤ ਮਨੁੱਖ ਦਾ ਦਿਲ ਲਗਭਗ 72 ਵਾਰ ਪ੍ਰਤੀ ਸੈਕਿੰਡ ਧੜਕਦਾ ਹੈ। ਹਾਰਵੇ ਨੇ ਇਸ ਤਰ੍ਹਾਂ ਹਿਸਾਬ ਲਗਾ ਕੇ ਦੱਸਿਆ ਕਿ 1 ਘੰਟੇ ਵਿੱਚ ਮਨੁੱਖੀ ਦਿਲ 7 ਲੀਟਰ ਲਹੂ ਨੂੰ ਪੰਪ ਕਰ ਦਿੱਤਾ ਹੈ। ਇਸ ਗੱਲ ਤੋਂ ਉਸ ਨੇ ਇਹ ਸਿੱਟਾ ਕੱਢਿਆ ਹੈ ਕਿ ਮਨੁੱਖੀ ਸਰੀਰ ਵਿੱਚ ਇੰਨਾ ਲਹੂ ਤਾਂ ਨਹੀਂ ਹੋ ਸਕਦਾ ਕਿ ਹਰੇਕ ਘੰਟੇ ਬਾਅਦ 7 ਲੀਟਰ ਨਵਾਂ ਲਹੂ ਦਿਲ ਵਿੱਚੋਂ ਦੀ ਲੰਘਦਾ ਹੋਵੇ। ਇਸ ਲਈ ਮਨੁੱਖੀ ਸਰੀਰ ਵਿੱਚ ਲਹੂ ਇੱਕ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ। ਉਸ ਨੇ ਇਹ ਵੀ ਹਿਸਾਬ ਕਿਤਾਬ ਲਗਾਇਆ ਹੈ ਕਿ ਇੱਕ ਤੰਦਰੁਸਤ ਮਨੁੱਖ ਦੇ ਸਰੀਰ ਵਿੱਚ 4 ਤੋਂ 5 ਲੀਟਰ ਲਹੂ ਹੁੰਦਾ ਹੈ। ਉਸ ਦੇ ਪ੍ਰਯੋਗ ਨੇ ਇਹ ਵੀ ਸਿੱਧ ਕੀਤਾ ਕਿ ਧਮਨੀਆਂ ਨਾੜੀਆਂ ਲਹੂ ਵਾਹਿਨੀਆਂ ਦਿਲ ਤੋਂ ਲਹੂ ਨੂੰ ਸਰੀਰ ਵਿੱਚੋਂ ਭਿੰਨ ਭਾਗਾਂ ਵੱਲ ਲੈ ਕੇ ਜਾਂਦੀਆਂ ਹਨ। ਜਦਕਿ ਸਿਰਾਵਾਂ ਨਾੜੀਆਂ ਲਹੂ ਵਾਹਿਨੀਆਂ ਸਰੀਰ ਤੋਂ ਲਹੂ ਦਿਲ ਵੱਲ ਨੂੰ ਲੈ ਕੇ ਆਉਂਦੀਆਂ ਹਨ। ਸਿਰਾਵਾਂ ਅਤੇ ਧਮਨੀਆਂ ਦੋਵਾਂ ਵਿੱਚ ਹੀ ਇੱਕ ਪਾਸਰ ਖੁੱਲਣ ਵਾਲੇ ਵਾਲਵ ਜਾਂ ਦਰਵਾਜ਼ੇ ਲੱਗੇ ਹੁੰਦੇ ਹਨ ਜਿਹੜੇ ਕਿ ਲਹੂ ਦੇ ਵਾਪਸ ਪਿੱਛੇ ਮੁੜਨ ਨੂੰ ਰੋਕਦੇ ਹਨ। ਡਾਕਟਰ ਵਿਲੀਅਮ ਹਾਰਵੇ ਨੇ ਇਸ ਤੱਥ ਨੂੰ ਪੂਰੀ ਤਰ੍ਹਾਂ ਦਰਸਾ ਦਿੱਤਾ ਸੀ ਕਿ ਸਾਡੇ ਸਰੀਰ ਅੰਦਰ ਲਹੂ ਕਿਵੇਂ ਦੌੜਦੇ ਹੈ। ਇੱਥੇ ਇੱਕ ਗੱਲ ਵਰਣਨਯੋਗ ਹੋਵੇਗੀ ਕਿ ਜਦੋਂ ਉਸ ਨੇ ਆਪਣੇ ਤਜਰਬਿਆਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਤਾਂ ਉਸ ਸਮੇਂ ਕਈ ਤਰ੍ਹਾਂ ਦੀਆਂ ਧਾਰਨਾਵਾਂ ਲੋਕਾਂ ਵਿੱਚ ਪ੍ਰਚਲਿਤ ਸਨ। ਕਿਸੇ ਵੀ ਵਿਗਿਆਨਿਕ ਨੂੰ ਇਹ ਸਪਸ਼ਟ ਨਹੀਂ ਸੀ ਕਿ ਮਨੁੱਖੀ ਸਰੀਰ ਵਿੱਚ ਲਹੂ ਕਿਵੇਂ ਦੌੜਦਾ ਹੈ। ਕਈ ਡਾਕਟਰਾਂ ਦੀ ਰਾਏ ਸੀ ਕਿ ਸਰੀਰ ਅੰਦਰ 2 ਪ੍ਰਕਾਰ ਦਾ ਲਹੂ ਹੁੰਦਾ ਹੈ। ਇੱਕ ਕਿਸਮ ਦਾ ਲਹੂ ਅੱਗੇ ਵੱਲ ਦੌੜਦਾ ਹੈ ਅਤੇ ਦੂਸਰੇ ਪਿੱਛੇ ਵੱਲ ਦੌੜਦਾ ਹੈ। ਡਾਕਟਰੀ ਵਿਦਿਆ ਪੜ੍ਹਾਉਣ ਵਾਲੇ ਹਰੇਕ ਡਾਕਟਰ ਆਪਣੇ ਵੱਖਰੇ ਵਿਚਾਰ ਸਨ। ਵਿਲੀਅਮ ਹਾਰਵੇ ਨੇ ਮਨੁੱਖੀ ਲਹੂ ਗੈਰ ਪ੍ਰਣਾਲੀ ਸੰਬੰਧੀ ਇਹਨਾਂ ਸਾਰੇ ਮਸਲਿਆਂ ਨੂੰ ਹੱਲ ਕੀਤਾ ਅਤੇ ਸੱਚਾਈ ਨੂੰ ਲੋਕਾਂ ਸਾਹਮਣੇ ਰੱਖਿਆ। ਲੰਡਨ ਸ਼ਹਿਰ ਵਿੱਚ ਆਪਣੇ ਪ੍ਰਯੋਗਸ਼ਾਲਾ ਨੁਮਾ ਦਫ਼ਤਰ ਵਿੱਚ ਵਿਲੀਅਮ ਹਾਰਵੇ ਮਨੁੱਖਾਂ ਅਤੇ ਜਾਨਵਰਾਂ ਦੇ ਦਿਲਾਂ ਦਾ ਬੜੇ ਗਹੁ ਨਾਲ ਅਧਿਐਨ ਕਰਦਾ ਸੀ। ਉਸ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਜਾਨਵਰਾਂ ਉੱਪਰ ਤਜਰਬੇ ਕਰ ਕੇ ਦੇਖਦਾ। ਉਹ ਜਾਨਵਰਾਂ ਅਤੇ ਮਰੇ ਹੋਏ ਮਨੁੱਖਾਂ ਦੇ ਸਰੀਰ
ਨੂੰ ਕੱਟ ਕੇ ਉਹਨਾਂ ਅੰਦਰਲੀਆਂ ਲਹੂ ਵਹੀਨੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਰਹਿੰਦਾ। ਕਿਸੇ ਸਿਧਾਂਤ ਨੂੰ ਤਿਆਰ ਕਰਨ ਤੋਂ ਪਹਿਲਾਂ ਉਹ ਚਾਹੁੰਦਾ ਸੀ ਕਿ ਉਸ ਕੋਲ ਕਾਫੀ ਸਾਰੇ ਪ੍ਰਯੋਗ ਸਬੂਤ ਇਕੱਠੇ ਹੋ ਜਾਣ। ਸਾਲਾਂ ਬੱਧੀ ਖੋਜ ਕਰਨ ਤੋਂ ਬਾਅਦ ਉਸ ਨੇ ਦੱਸਿਆ ਕਿ ਮਨੁੱਖੀ ਸਰੀਰ ਅੰਦਰ ਲਹੂ ਕਿਵੇਂ ਚੱਲਦਾ ਹੈ। ਉਸ ਨੇ ਆਪਣੀਆਂ ਖੋਜਾਂ ਨੂੰ ਹੋਰਨਾਂ ਡਾਕਟਰਾਂ ਨਾਲ ਵੀ ਸਾਂਝਾ ਕੀਤਾ। ਉਸ ਨੇ 1616 ਈਸਵੀ ਵਿੱਚ ਲੰਡਨ ਸ਼ਹਿਰ ਵਿੱਚ ਡਾਕਟਰ ਦੀ ਇਕੱਤਰਤਾ ਦੇ ਸਾਹਮਣੇ ਆਪਣਾ ਪਹਿਲਾ ਭਾਸ਼ਣ ਦਿੱਤਾ। 1628 ਈਸਵੀ ਵਿੱਚ ਉਸ ਨੇ ਆਪਣੀ ਪ੍ਰਸਿੱਧ ਪੁਸਤਕ ਟਾਈਮਜ਼ ਅਤੇ ਮੋਸ਼ਨ ਆਫ ਹਾਰਟ ਐਂਡ ਬਲੱਡ ਨੂੰ ਪ੍ਰਕਾਸ਼ਿਤ ਕਰਵਾਇਆ। ਇਸ ਪੁਸਤਕ ਨੇ ਸਿਹਤ ਵਿਗਿਆਨ ਦੇ ਖੇਤਰ ਵਿੱਚ ਤਹਿਲਕਾ ਮਚਾ ਦਿੱਤਾ। ਵਿਲੀਅਮ ਹਾਰਵੇ ਨੇ ਵਿਰੋਧੀਆਂ ਕੋਲ ਸਿਰਫ ਇੱਕ ਨੁਕਤਾ ਸੀ ਕਿ ਜੇਕਰ ਧਮਨੀਆਂ ਦਿਲ ਤੋਂ ਲਹੂ ਲੈ ਕੇ ਜਾਂਦੀਆਂ ਹਨ ਅਤੇ ਸਿਰਾਵਾਂ ਦਿਲ ਵੱਲ ਲਹੂ ਲੈ ਕੇ ਆਉਂਦੀਆਂ ਹਨ ਤਾਂ ਇਹਨਾਂ ਦੇ ਸਿਰੇ ਆਪੋ ਵਿੱਚ ਕਿਵੇਂ ਜੁੜੇ ਹੋਏ ਹਨ। ਇਸ ਤੱਥ ਬਾਰੇ ਵਿਲੀਅਮ ਹਾਰਵੇ ਦੀ ਮੌਤ ਤੋਂ ਬਾਅਦ ਮਾਰਸੈਲੋ ਪਾਲਪੀਜ਼ ਨਾਂ ਦੇ ਵਿਗਿਆਨੀ ਨੇ ਦੱਸਿਆ ਕਿ ਧਮਨੀਆਂ ਅਤੇ ਸਿਰਾਵਾਂ ਵਿਚਕਾਰ ਕੋਸ਼ਿਕਾਵਾਂ ਦੀਆਂ ਅਤੀ ਸੂਖਮ ਲਹੂ ਵਹੀਨੀਆਂ ਹੁੰਦੀਆਂ ਹਨ। 3 ਜੂਨ 1657 ਈਸਵੀ ਨੂੰ लंदन शहर विच विलियम हार्वे की मौत हो गई। वीडियो पसंद है तो लाइक से सब्सक्राइब जरूर कीजिएगा। अब तक के लिए धन्यवाद। फिर